ਤੁਸੀਂ ਰਹੋ ਸਿਹਤਯਾਬ, ਇਸ ਦੀ ਮੰਗਦਾ ਹਾਂ ਦੁਆ। ਤੁਹਾਡੀ ਜ਼ਿੰਦਗੀ ਹਰ ਪੱਖੋਂ ਰਹੇ ਆਬਾਦ, ਇਸ ਦੀ ਮੰਗਦਾ ਹਾਂ ਦੁਆ। ਜੀ ਆਇਆਂ ਨੂੰ, ਖੁਸ਼ ਆਮਦੀਦ। ਕਿਸਾਨਾਂ ਦੇ ਸਵਾਲਾਂ ਨਾਲ ਜੁੜਿਆ ਉਸ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ PTC ਨਿਊਜ਼ ਦਾ ਖਾਸ ਉਪਰਾਲਾ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 4, ਜਿਸ ਦੇ ਪੇਸ਼ਕਰਤਾ ਨੇ ਸੋਨਾਲੀਕਾ ਸਿਕੰਦਰ ਪਾਵਰਡ ਬਾय धानुका ਦਾ ਸੈਂਪਰਾ ਲੈ ਹਾਜ਼ਰ ਹਾਂ ਮੈਂ। ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ ਹੈ 9315592996, ਇਸ ਉੱਤੇ ਤੁਸੀਂ ਮਿਸਡ ਕਾਲ ਕਰਦੇ ਹੋ ਜਾਂ WhatsApp ਕਰਦੇ ਹੋ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਕਿਸਾਨੀ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ। ਤੇ ਅੱਜ ਦਾ ਵਿਸ਼ਾ ਹੈ ਬਰਸਾਤੀ ਮੌਸਮ ਵਿੱਚ ਸਬਜ਼ੀਆਂ ਦੀ ਕਾਸ਼ਤ। ਤੇ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾਕਟਰ ਕੁਲਬੀਰ ਸਿੰਘ ਨੇ। ਡਾਕਟਰ ਸਾਹਿਬ ਜੀ ਆਇਆਂ ਨੂੰ, ਕੀ ਹਾਲ ਚਾਲ ਨੇ ਤੁਹਾਡੇ? ਧੰਨਵਾਦ ਜੀ, ਧੰਨਵਾਦ। ਸਤਿ ਸ੍ਰੀ ਅਕਾਲ ਸਭ ਨੂੰ। ਅੱਛਾ ਡਾਕਟਰ ਸਾਹਿਬ, ਬਰਸਾਤੀ ਮੌਸਮ ਵਿੱਚ ਸਬਜ਼ੀਆਂ ਦੀ ਕਾਸ਼ਤ, ਜੇ ਗੱਲ ਕਰੀਏ ਕਿਹੜੀਆਂ ਸਬਜ਼ੀਆਂ ਹੈ ਜਿਸ ਦੀ ਕਾਸ਼ਤ ਬਰਸਾਤੀ ਮੌਸਮ ਵਿੱਚ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨ ਵੀਰਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇ ਇਹ ਸਭ? ਹਾਂ ਕਿਸਾਨ ਵੀਰੋ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਹੋਰ ਗੱਲ ਇੱਥੇ ਦੱਸਣਾ ਜ਼ਰੂਰੀ ਸਮਝਦਾ ਵੀ ਆਪਾਂ ਉਹ ਖੇਤ ਚੁਣਨਾ ਆਪਣੀ ਸਬਜ਼ੀਆਂ ਵਾਸਤੇ ਜਿਹੜਾ ਉੱਚਾ ਹੋਵੇ, ਬਰਸਾਤ ਵਿੱਚ ਜਿੱਥੇ ਪਾਣੀ ਦਾ ਨਿਕਾਸ ਚੰਗਾ ਹੋਵੇ, ਕਿਉਂਕਿ ਸਾਡੀਆਂ ਜਿਹੜੀਆਂ ਸਬਜ਼ੀਆਂ ਜ਼ਿਆਦਾ ਪਾਣੀ ਨਹੀਂ ਸਹਾਰ ਸਕਦੀਆਂ। ਜਿੱਥੋਂ ਤੱਕ ਸੀਜ਼ਨ ਦੀ ਗੱਲ ਆ ਵੀ ਬਰਸਾਤਾਂ 'ਚ ਆਪਾਂ ਕਿਹੜੀਆਂ ਸਬਜ਼ੀਆਂ ਲਾ ਸਕਦੇ ਹਾਂ, ਉਹਦੇ ਵਿੱਚ ਆਪਾਂ ਭਿੰਡੀ ਲਾ ਸਕਦੇ ਇਹਨਾਂ ਦਿਨਾਂ 'ਚ। ਇਹਨਾਂ ਦਿਨਾਂ 'ਚ ਅਸੀਂ ਕੱਦੂ ਜਾਤੀ ਦੀਆਂ ਕੁਛ ਵੇਲਾਂ ਜਿਵੇਂ ਘੀਆ ਕੱਦੂ ਹੋਇਆ, ਕਰੇਲਾ ਹੋਇਆ, ਖੀਰਾ, ਕਾਲੀ ਤੋਰੀ, ਇੱਥੋਂ ਤੱਕ ਕਿ ਟਿੰਡਾ ਵੀ ਇਹਨਾਂ ਦਿਨਾਂ 'ਚ ਅਸੀਂ ਲਾ ਸਕਦੇ ਹਾਂ। ਇਸ ਦੌਰਾਨ ਅਸੀਂ ਬੈਂਗਣਾਂ ਦੀ ਫਸਲ ਵੀ ਚੰਗੀ ਤਰ੍ਹਾਂ ਲਾ ਸਕਦੇ ਹਾਂ ਅਤੇ ਟਮਾਟਰਾਂ ਦੀ ਫਸਲ ਵੀ ਲਾ ਸਕਦੇ ਹਾਂ। ਉਹ ਮੈਂ ਤੁਹਾਨੂੰ ਅੱਗੇ ਜਦੋਂ ਗੱਲਬਾਤ ਚੱਲੇਗੀ ਉਹਦੇ 'ਚ ਦੱਸਾਂਗਾ ਵੀ ਅਸੀਂ ਖਾਸ ਕਿਸਮਾਂ ਜਿਹੜੀਆਂ ਨੇ ਟਮਾਟਰਾਂ ਦੀਆਂ ਉਹੀ ਲਾ ਸਕਦੇ ਹਾਂ, ਸਾਰੀਆਂ ਕਿਸਮਾਂ ਨਹੀਂ ਲਾ ਸਕਦੇ। ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਅਸੀਂ ਸੌਣੀ ਦੇ ਪਿਆਜ਼ ਲਾ ਸਕਦੇ ਜੋ ਕਿ ਸਾਨੂੰ ਹਰੇ ਪਿਆਜ਼ ਮਿਲਦੇ ਨੇ, ਇਹਨਾਂ ਸਬਜ਼ੀਆਂ ਦੀ ਖਾਸ ਤੌਰ 'ਤੇ ਕਰ ਸਕਦੇ ਹਾਂ। ਇਸੇ ਤਰ੍ਹਾਂ ਲੋਬੀਆ ਦੀ ਕਾਸ਼ਤ ਵੀ ਕਰ ਸਕਦੇ ਹਾਂ, ਮੂਲੀਆਂ ਦੀ ਕਾਸ਼ਤ ਵੀ ਇਹਨਾਂ ਦਿਨਾਂ 'ਚ ਕਰ ਸਕਦੇ ਹਾਂ। ਸੋ ਬੜੀਆਂ ਸਾਰੀਆਂ ਸਬਜ਼ੀਆਂ ਨੇ ਜਿਨ੍ਹਾਂ ਦੀ ਕਾਸ਼ਤ ਅਸੀਂ ਜਿਹੜੀ ਬਰਸਾਤ ਦੇ ਮੌਸਮ ਵਿੱਚ ਕਰ ਸਕਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਬਹੁਤ ਵਿਸਤਾਰਪੂਰਵਕ ਇਸ ਬਾਰੇ ਅਸੀਂ ਅੱਜ ਗੱਲ ਕਰਾਂਗੇ। ਅਤੇ ਜੋ ਇਸ ਸ਼ੋਅ ਦਾ ਫਾਰਮੈਟ ਹੈ ਉਸ ਵਿੱਚ ਅਸੀਂ ਕਾਲ ਦੇ ਜ਼ਰੀਏ ਜਾਂ ਵੀਡੀਓ ਕਾਲ ਦੇ ਜ਼ਰੀਏ ਸਿੱਧਾ ਕਿਸਾਨਾਂ ਨਾਲ ਜੁੜਦੇ ਹਾਂ। ਅਤੇ ਪਹਿਲੇ ਕਾਲਰ ਜਿਹੜੇ ਨੇ ਡਾਕਟਰ ਸਾਹਿਬ ਉਹ ਆਪਣੇ ਸਵਾਲ ਦੇ ਨਾਲ ਸਾਡੇ ਨਾਲ ਜੁੜ ਚੁੱਕੇ ਨੇ। ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਰ, ਰਜਿੰਦਰ ਸਿੰਘ, ਸਰਪੰਚ, ਪਿੰਡ ਦੱਲੂਵਾਲਾ, ਜ਼ਿਲ੍ਹਾ ਮੋਗਾ ਜੀ। ਹਾਂਜੀ, ਆਪਣਾ ਸਵਾਲ ਪੁੱਛੋ, ਸਾਡੇ ਨਾਲ ਮਾਹਿਰ ਡਾਕਟਰ ਕੁਲਬੀਰ ਸਿੰਘ ਨੇ। ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਨਾ ਇਹੀ ਪੁੱਛਣਾ ਸੀਗਾ, ਜਿਵੇਂ ਆਪਾਂ ਸਬਜ਼ੀਆਂ ਤਿਆਰ ਕਰਦੇ ਹਾਂ ਆਪਾਂ ਸਪਰੇਅ ਤੋਂ ਬਿਨਾਂ, ਇਹ ਤੇ ਕੋਈ ਯੂਰੀਆ ਜਾਂ ਕੈਮੀਕਲ ਕੋਈ ਨਹੀਂ ਪਾਉਂਦੇ ਹੈ ਨਾ ਜੀ? ਹਾਂ। ਤੇ ਉਹਦੇ ਤਾਂ ਮੈਂ ਸਬਜ਼ੀਆਂ ਦੇ ਉੱਤੇ ਕੀ ਆ ਰਹੀ ਸਮੱਸਿਆ, ਹੁਣ ਜਿਵੇਂ ਉੱਤੇ ਉੱਲੀ ਰੋਗ ਲੱਗਿਆ ਜੀ ਪੱਤਿਆਂ ਦੇ ਉੱਪਰ, ਜਿਵੇਂ ਉੱਲੀ ਨਹੀਂ ਲੱਗ ਜਾਂਦੀ? ਬਿਲਕੁਲ। ਹਾਂਜੀ, ਉਹਦੇ ਵਾਸਤੇ ਅਸੀਂ ਵੀ ਉਹਦੇ ਵਾਸਤੇ ਉਹਨੂੰ ਕੀ ਕਰਿਆ ਜਾਵੇ? ਇੱਕ ਜਿਵੇਂ ਖਰਬੂਜਾ ਹੋ ਗਿਆ, ਤਰ ਹੋ ਗਈ, ਉਹ ਕਾਣੀ ਹੁੰਦੀ ਹੈ ਜਿਵੇਂ ਉਹ ਫਲ ਨਾ ਤਿਆਰ ਹੋ ਕੇ ਜੀ, ਉਹਦੇ ਵਿੱਚ ਭੂਰੇ ਰੰਗ ਦੀਆਂ ਮੋਰੀਆਂ ਹੋ ਜਾਂਦੀਆਂ, ਭੂਰੇ ਰੰਗ ਦੀਆਂ ਮੋਰੀਆਂ ਹੋਈਆਂ ਪੈਣ, ਜਦੋਂ ਫਲ ਨੂੰ ਤੋੜਨ ਲੱਗਦੇ ਆ ਤਾਂ ਉਹ ਖਿਸ ਜਾਂਦਾ ਜੀ ਉਹ। ਬਿਲਕੁਲ, ਉਹ ਖਰਬੂਜਾ ਤੁਹਾਡਾ ਹੁਣ ਤੇ ਹਾਂ ਖਰਬੂਜਾ ਦਾ ਸੀਜ਼ਨ ਜਾਂ ਤਰ ਦਾ ਸੀਜ਼ਨ ਤਾਂ ਨਿਕਲ ਉਸ ਹਿਸਾਬ ਨਾਲ ਪਿੱਛੇ ਤੁਹਾਡੇ ਮੁਸ਼ਕਲ ਆਈ ਹੋਣੀ ਹੈ। ਤੇ ਉਹਦੇ ਵਿੱਚ ਇਹ ਹੁੰਦਾ ਵੀ ਸਾਡੇ ਕੋਲ ਇੱਕ ਮਿਲਦਾ ਫਰੂਟ ਟਰੈਪ, ਫਰੂਟ ਜਿਹੜਾ ਹੁੰਦਾ ਉਹ ਅਸੀਂ ਬੋਤਲਾਂ ਜਿਹੀਆਂ ਅਸੀਂ ਖੇਤ 'ਚ ਲਟਕਾ ਦਿੰਦੇ ਹਾਂ। ਅਤੇ ਉਹਦੇ ਨਾਲ ਕੀ ਹੁੰਦਾ ਵੀ ਜਿੰਨੀਆਂ ਵੀ ਸਾਡੀਆਂ ਜਿਹੜੀਆਂ ਫਰੂਟ ਮੱਖੀਆਂ ਹੁੰਦੀਆਂ, ਫਰੂਟ ਫਲਾਈ ਜਿਹਨੂੰ ਅਸੀਂ ਕਹਿੰਦੇ ਹਾਂ, ਫਲ ਵਾਲੀਆਂ ਮੱਖੀਆਂ, ਉਹ ਸਾਰੀਆਂ ਜਿਹੜੀਆਂ ਉਸ ਬੋਤਲ ਵਿੱਚ ਆ ਜਾਂਦੀਆਂ ਅਤੇ ਉਹਦੇ ਵਿੱਚ ਜਾ ਕੇ ਸਾਨੂੰ ਕਿਸੇ ਦਵਾਈ ਦਾ ਕੋਈ ਸਪਰੇਅ ਨਹੀਂ ਕਰਨਾ ਪੈਂਦਾ ਅਤੇ ਸਾਰਾ ਕੁਛ ਜਿਹੜਾ ਆ ਸਾਡਾ ਜਿਹੜਾ ਉਹ ਜਿਹੜੇ ਕੀੜੇ ਪਤੰਗੇ ਜਿਹੜੇ ਉਹਦੇ ਨਾਲ ਜਿਹੜੇ ਕੰਟਰੋਲ ਹੋ ਜਾਂਦੇ ਆ। ਅਤੇ ਫਸਲਾਂ ਦੀ ਬਿਮਾਰੀ ਵਾਸਤੇ ਜਾਂ ਉਹ ਕਰਨ ਵਾਸਤੇ ਸਭ ਤੋਂ ਜ਼ਿਆਦਾ ਤਾਂ ਇਹੀ ਹੈ ਵੀ ਹਲਕਾ ਪਾਣੀ ਦੇਵੋ, ਬਾਰ-ਬਾਰ ਦੇਵੋ ਅਤੇ ਸੁਧਰੀਆਂ ਕਿਸਮਾਂ ਬੀਜੋ, ਅਤੇ ਉਹਦੇ ਨਾਲ ਵੀ ਸਾਡੀਆਂ ਜਿਹੜੀਆਂ ਕਾਫੀ ਸਮੱਸਿਆਵਾਂ ਜਿਹੜੀਆਂ ਨੇ ਹੱਲ ਹੋ ਜਾਂਦੀਆਂ ਨੇ। ਸਾਫ਼ ਸਫਾਈ ਰੱਖੋ। ਡਾਕਟਰ ਸਾਹਿਬ, ਇੱਕ ਹੋਰ ਕਾਲਰ ਨੇ ਜੋ ਆਪਣੇ ਸਵਾਲ ਦੇ ਨਾਲ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਰ ਜੀ ਜਸਪ੍ਰੀਤ ਸਿੰਘ ਨਾਮ ਹੈ ਜੀ, ਮੈਂ ਰੋਪੜ ਤੋਂ ਬੋਲਦਾ ਜੀ, ਪਿੰਡ ਨਾਨਕਪੁਰੇ ਤੋਂ ਜੀ। ਜਸਪ੍ਰੀਤ ਜੀ, ਆਪਣਾ ਸਵਾਲ ਪੁੱਛੋ। ਸਰ ਜੀ ਉਹ ਨਾ ਬੈਂਗਣਾਂ ਦੇ ਬੂਟੇ ਲਾਏ ਸੀ ਜੀ, ਉਹਦਾ ਨਾ ਫਲ ਨਹੀਂ ਆ ਰਿਹਾ, ਫੁੱਲ ਝੜ ਜਾਂਦੇ ਉਹਦੇ। ਤੇ ਜਿਹੜਾ ਹੁਣ ਫਲ ਆਇਆ ਵੀ ਉਹ ਬਹੁਤ ਘੱਟ ਆਇਆ ਜੀ। ਬਿਲਕੁਲ, ਫਲ ਮੇਰੇ ਖਿਆਲ ਅੱਗੇ ਆਊਗਾ। ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਬੈਂਗਣਾਂ ਦੇ ਜਾਂ ਦੂਜੇ ਪੌਦੇ ਵੀ ਹੁੰਦੇ ਆ, ਜਦੋਂ ਸਾਡਾ ਤਾਪਮਾਨ ਬਹੁਤ ਜ਼ਿਆਦਾ ਹੋ ਜਾਂਦਾ ਨਾ ਉਦੋਂ ਕੁਛ ਫਲ ਝੜਨੇ ਜ਼ਿਆਦਾ ਹੋ ਜਾਂਦੇ ਆ। ਅਤੇ ਜਿਵੇਂ ਜਿਵੇਂ ਹੁਣ ਥੋੜ੍ਹਾ ਅੱਗੇ ਬਰਸਾਤ ਵਾਲਾ ਮੌਸਮ ਆਊਗਾ, ਸਾਡਾ
ਤਾਪਮਾਨ ਠੀਕ ਹੋ ਜਾਏਗਾ, ਮਤਲਬ ਜਦੋਂ ਸਾਡਾ 40 ਤੋਂ ਥੱਲੇ ਟੈਂਪਰੇਚਰ ਹੋ ਜਾਊਗਾ ਉਦੋਂ ਇਹਦੇ ਫੁੱਲ ਵੀ ਲੱਗਣਗੇ ਤੇ ਫਲ ਵੀ ਜਿਹੜੇ ਲੱਗਣੇ ਸ਼ੁਰੂ ਹੋਣਗੇ। ਆਉਣ ਵਾਲੇ ਸਮੇਂ ਵਿੱਚ ਮੇਰੇ ਖਿਆਲ ਹੁਣ ਜਿਵੇਂ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਤੇ ਉਸ ਦੌਰਾਨ ਸਾਡਾ ਜਿਹੜਾ ਤਾਪਮਾਨ ਥੋੜ੍ਹਾ ਠੀਕ ਹੋਏਗਾ ਤੇ ਫੁੱਲ ਫਲ ਵੀ ਠੀਕ ਆ ਰਹੇ ਨੇ। ਤੁਸੀਂ ਇੰਨਾ ਕੁ ਧਿਆਨ ਰੱਖਣਾ ਕਿ ਸਾਡੇ ਜਿਹੜੇ ਬੂਟੇ ਦੀ ਸਿਹਤ ਬਿਲਕੁਲ ਠੀਕ ਰਹੇ, ਉਹਦੇ 'ਚ ਕੋਈ ਇਸ ਤਰ੍ਹਾਂ ਦੀ ਮੁਸ਼ਕਲ ਨਾ ਆਵੇ। ਜਿਵੇਂ ਮੈਂ ਸ਼ੁਰੂ 'ਚ ਦੱਸਿਆ ਸੀਗਾ ਕਿ ਖਾਸ ਕਰ ਇਸ ਗੱਲ ਦਾ ਧਿਆਨ ਰੱਖਣਾ ਵੀ ਜਿਹੜੇ ਖੇਤ ਵਿੱਚ ਸਾਡੇ ਫਸਲ ਲੱਗੀ ਹੋਈ ਹੈ ਉੱਥੇ ਪਾਣੀ ਜ਼ਿਆਦਾ ਦੇਰ ਤੱਕ ਨਾ ਖੜਾ ਹੋਵੇ, ਪਾਣੀ ਦਾ ਨਿਕਾਸ ਜਿਹੜਾ ਚੰਗਾ ਹੋਵੇ ਤੇ ਕੋਈ ਮੁਸ਼ਕਲ ਆਵੇ ਤਾਂ ਉਸ ਹਿਸਾਬ ਨਾਲ ਬਿਮਾਰੀ ਜਾਂ ਕੀੜੇ ਮਕੌੜੇ ਦਾ ਰੋਕਥਾਮ ਕੀਤੀ ਜਾਵੇ, ਅਦਰਵਾਈਜ਼ ਕੋਈ ਦਿੱਕਤ ਨਹੀਂ ਜ਼ਿਆਦਾ ਆਏਗੀ। ਬਿਲਕੁਲ ਡਾਕਟਰ ਸਾਹਿਬ ਨੇ ਜਿਵੇਂ ਜਸਪ੍ਰੀਤ ਜੀ ਤੁਹਾਨੂੰ ਜੋ ਹਿਦਾਇਤਾਂ ਦਿੱਤੀਆਂ ਉਸ ਦਾ ਤੁਸੀਂ ਧਿਆਨ ਰੱਖਣਾ ਤੇ ਜ਼ਰੂਰ ਜਿਹੜੀ ਤੁਹਾਡੀ ਮੁਸ਼ਕਲ ਹੈ ਉਸ ਦਾ ਹੱਲ ਹੋ ਜਾਏਗਾ। ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਤੁਸੀਂ ਵੇਖਦੇ ਰਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 4। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 4 ਤੇ ਡਾਕਟਰ ਸਾਹਿਬ ਇੱਕ ਹੋਰ ਕਾਲਰ ਨੇ ਜੋ ਆਪਣੇ ਸਵਾਲ ਦੇ ਨਾਲ ਸਾਡੇ ਨਾਲ ਜੁੜ ਚੁੱਕੇ ਨੇ। ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਮੇਰਾ ਨਾਮ ਕੇਵਲ ਕ੍ਰਿਸ਼ਨ ਹੈ ਜੀ, ਮੈਂ ਅਨੰਦਪੁਰ ਸਾਹਿਬ ਤੋਂ ਬੋਲਦਾ ਜੀ। ਕੇਵਲ ਜੀ ਆਪਣਾ ਸਵਾਲ ਪੁੱਛੋ। ਹਾਂਜੀ, ਹੈਲੋ। ਹਾਂਜੀ ਹਾਂਜੀ ਹਾਂਜੀ, ਆਪਣਾ ਸਵਾਲ ਪੁੱਛੋ ਜੀ। ਹਾਂਜੀ ਸਰ, ਮੈਂ ਇਹ ਪਤਾ ਕਰਨਾ ਸੀਗਾ ਜੀ, ਮੈਂ ਆਪਣਾ ਸਬਜ਼ੀ ਦੀ ਖੇਤੀਬਾੜੀ ਕਰਨਾ ਚਾਹੁੰਦਾ ਜੀ, ਉਹਦੇ ਬਾਰੇ ਜਾਣਕਾਰੀ ਲੈਣੀ ਸੀਗੀ ਜੀ। ਵੀ ਹੁਣ ਜੈਸੇ ਹੁਣ ਆ ਬਰਸਾਤ ਦਾ ਸੀਜ਼ਨ ਹੋਇਆ, ਕਿਹੜੀ ਸਬਜ਼ੀ ਲਾਈ ਜਾਵੇ ਜਿਹਨਾਂ ਥੋੜੇ ਇਨਕਮ ਵੀ ਵਧੀਆ ਹੋਵੇ? ਬਿਲਕੁਲ ਜੀ, ਮੈਂ ਹੁਣੇ ਗੱਲ ਦੱਸੀ ਸੀਗੀ ਇਹਨਾਂ ਨੂੰ ਤੁਹਾਡੇ ਤੋਂ ਪਹਿਲਾਂ ਵੀ ਕਿਹੜੀਆਂ ਕਿਹੜੀਆਂ ਸਬਜ਼ੀਆਂ ਇਸ ਦੌਰਾਨ ਲਾ ਸਕਦੇ। ਉਹ ਤੁਸੀਂ ਆਪਣੀ ਇਹ ਕੰਫਰਟੇਬਲ ਦੇਖਣੀ ਵੀ ਕਿਹੜੀ ਸਬਜ਼ੀ ਤੁਹਾਡੇ ਲਈ ਢੁਕਵੀਂ ਹੈਗੀ ਆ। ਜਿਵੇਂ ਹਾਂ, ਭਿੰਡੀ ਲੱਗ ਸਕਦੀ ਹੈ ਇਹਨਾਂ ਦਿਨਾਂ 'ਚ ਫਸਲ ਜਿਹੜੀ ਲੱਗ ਸਕਦੀ ਹੈ। ਟਮਾਟਰਾਂ ਦੀ ਫਸਲ ਵੀ ਹੋ ਸਕਦੀ ਹੈ। ਟਮਾਟਰ ਦੀ ਮੈਂ ਜਿਵੇਂ ਗੱਲ ਕੀਤੀ ਸੀ ਵੀ ਉਹ ਕਿਸਮਾਂ ਲਾਣੀਆਂ ਜਿਨ੍ਹਾਂ ਨੂੰ ਲੀਫ ਕਰਨੀਆਂ ਠੂਠੀ ਰੋਗ ਨਾ ਲੱਗਦਾ ਹੋਵੇ, ਉਹ ਕਿਸਮਾਂ ਹੋਣੀਆਂ ਚਾਹੀਦੀਆਂ। ਉਹਦੇ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਕਿਸਮਾਂ ਹੈਗੀਆਂ ਵੀ ਪੰਜਾਬ ਵਰਖਾ ਬਹਾਰ 1 ਆ ਜਾਂ ਪੰਜਾਬ ਵਰਖਾ ਬਹਾਰ 4 ਆ, ਉਹੀ ਕਿਸਮਾਂ ਲਾਣੀਆਂ ਹਾਂ। ਤੇ ਇਸ ਦੇ ਨਾਲ ਬੈਂਗਣ ਦੀ ਕਿਸਮ, ਬੈਂਗਣਾਂ ਦੀ ਕਾਸ਼ਤ ਇਹਨਾਂ ਦਿਨਾਂ ਵਿੱਚ ਕੀਤੀ ਜਾ ਸਕਦੀ ਹੈ ਤੇ ਕੱਦੂ ਜਾਤੀ ਦੀਆਂ ਵੇਲਾਂ। ਹਾਂਜੀ, ਬੈਂਗਣ ਦੀ ਕਿਹੜੀ ਕਿਸਮ ਲਾਈਏ ਜਿਹੜੀ ਇਸ ਟਾਈਮ ਜਿਹੜੀ ਲੱਗ ਰਹੀ ਹੈ? ਬੈਂਗਣਾਂ 'ਚ ਵੀ ਤੁਹਾਡਾ ਹੈਗਾ ਵੀ ਕਈ ਤਰ੍ਹਾਂ ਦੀਆਂ ਕਿਸਮਾਂ ਨੇ। ਜਿਵੇਂ ਛੋਟੀਆਂ ਬੈਂਗਣ ਹੁੰਦੇ ਨੇ ਉਹਦੇ 'ਚ ਸਾਡੇ ਕੋਲ PPH 3 ਆ, ਇੱਕ ਪੰਜਾਬ ਭਰਪੂਰ ਕਿਸਮ ਆ, ਇੱਕ ਲੰਬੇ ਬੈਂਗਣ ਹੁੰਦੇ ਜਿਹੜੇ ਉਹਦੇ 'ਚ PPH 4 ਕਿਸਮ ਆ ਸਾਡੇ ਕੋਲ ਤੇ PPH 5 ਆ। ਇੱਕ ਜਿਹੜੇ ਭੜਥੇ ਵਾਲੇ ਹੁੰਦੇ ਆ ਉਹਦੇ 'ਚ PPH 41 ਆ ਤੇ ਇੱਕ 42 ਕਿਸਮ ਜਿਹੜੀ ਆ ਇਹਨਾਂ ਦੇ ਸਮੇਂ 'ਚ ਆਪਾਂ ਜਿਹੜੀ ਕਾਸ਼ਤ ਕਰ ਸਕਦੇ ਆ। ਤੇ ਬੈਂਗਣਾਂ ਦੀ ਫਸਲ ਲਾਉਣ ਤੋਂ ਪਹਿਲਾਂ ਅਸੀਂ ਉਹਦੀ ਪਨੀਰੀ ਲਾਣੀ ਆ, ਔਰ ਪਨੀਰੀ ਲਈ ਅੱਜ ਕੱਲ੍ਹ ਦਾ ਜਿਹੜਾ ਸਮਾਂ ਆ ਉਹ ਬਿਲਕੁਲ ਢੁਕਵਾਂ ਆ। ਤਾਂ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਤਾਂ ਬੈਂਗਣਾਂ ਦੀ ਕਿਸਮ ਲਾਈਏ ਤੇ ਅੱਜ ਕੱਲ੍ਹ 'ਚ ਬੀ ਲੈ ਕੇ ਉਹਦੀ ਪਨੀਰੀ ਲਾਉਣ ਦਾ ਪ੍ਰਬੰਧ ਸ਼ੁਰੂ ਕਰ ਦਿਓ। ਬਹੁਤ ਬਹੁਤ ਧੰਨਵਾਦ ਕੇਵਲ ਜੀ ਤੁਹਾਡੇ ਸਵਾਲ ਲਈ। ਤੇ ਡਾਕਟਰ ਸਾਹਿਬ ਹੁਣ ਇੱਕ ਕਿਸਾਨ ਨੇ ਜੋ ਸਿੱਧਾ ਖੇਤਾਂ ਤੋਂ ਸਾਡੇ ਨਾਲ ਵੀਡੀਓ ਕਾਲ ਦੇ ਜ਼ਰੀਏ ਜੁੜ ਰਹੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਮੈਂ ਗਗਨਦੀਪ ਸਿੰਘ ਪਿੰਡ ਰੱਲਾ। ਅਸੀਂ ਸਬਜ਼ੀਆਂ ਲਾਈਆਂ ਹੋਈਆਂ ਨੇ ਜੀ, ਉਹਨਾਂ 'ਤੇ ਸੁੰਡੀ ਤੇ ਭਮੱਕੜ ਦੀ ਦਿੱਕਤ ਆ ਰਹੀ ਆ। ਦੇਖੋ, ਆਮ ਤੌਰ 'ਤੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਇਸ ਵੇਲੇ ਖੇਤ 'ਚ ਹੈਗੀਆਂ। ਜਿੱਥੋਂ ਤੱਕ ਗੱਲ ਕਰ ਰਹੇ ਵੀ ਕੀੜੇ ਤੇ ਭਮੱਕੜ ਜਿਹੜਾ ਆ ਰਿਹਾ ਉਹ ਕਿਹੜੀ ਸਬਜ਼ੀ 'ਚ ਆ ਰਿਹਾ ਜਾਂ ਕਿਹੜੀ ਫਸਲ 'ਤੇ ਆ ਰਿਹਾ, ਉਸ ਹਿਸਾਬ ਨਾਲ ਹੀ ਉਹਦੀ ਰੋਕਥਾਮ ਆ। ਜੇ ਅਸੀਂ ਆਮ ਗੱਲ ਕਰੀਏ ਤਾਂ 2 ਤਰ੍ਹਾਂ ਦੇ ਕੀੜੇ ਹੁੰਦੇ ਆ। ਇੱਕ ਜਿਹੜੇ ਤੇ ਪੱਤੇ ਖਾਂਦੇ ਆ ਜਾਂ ਫਲ ਕਾਣਾ ਕਰਦੇ ਆ। ਦੂਜੇ ਉਹ ਕੀੜੇ ਹੁੰਦੇ ਆ ਜਿਹੜੇ ਛੋਟੇ ਦੇ ਆਕਾਰ ਦੇ ਹੁੰਦੇ ਆ, ਜਿਹੜਾ ਰਸ ਚੂਸਦੇ ਆ। ਤੇ ਉਸ ਹਿਸਾਬ ਦੀ ਅਸੀਂ ਜਿਹੜੀ ਰੋਕਥਾਮ ਕਰਨੀ ਆ। ਆਮ ਤੌਰ 'ਤੇ ਜਿਹੜੇ ਸੁੰਡੀਆਂ ਨੇ ਜਾਂ ਜਿਹੜੇ ਪੱਤੇ ਖਾਂਦੇ ਨੇ ਉਹਦੇ ਵਾਸਤੇ ਸਾਡੇ ਕੋਲ ਦਵਾਈ ਹੈਗੀ ਡਾਇਸਿਸ ਆ, ਕਿਉਰਾਜ਼ਾਨ ਆ, ਜਾਂ ਫਿਰ ਜਿਹੜੇ ਰਸ ਚੂਸਦੇ ਉਹਦੇ ਵਾਸਤੇ ਮੈਲਾਥਿਓਨ ਦਵਾਈ ਆ, ਰੋਗਰ ਆ, ਕੌਨਫੀਡੋਰ ਆ। ਹੁਣ ਕਿਹੜੀ ਫਸਲ 'ਤੇ ਕਿਹੋ ਜਿਹਾ ਇਨਸੈਕਟ ਆ ਜਾਂ ਕਿਹੋ ਜਿਹਾ ਕੀੜਾ ਆ, ਉਸ ਹਿਸਾਬ ਨਾਲ ਹੀ ਅਸੀਂ ਉਹਦੇ 'ਤੇ ਜਿਹੜੀ ਦਵਾਈ ਸਿਫਾਰਿਸ਼ ਕਰਦੇ ਹਾਂ। ਅਤੇ ਇਸ ਕਰਕੇ ਤੁਸੀਂ ਇਹ ਦੇਖੋ ਵੀ ਕਿਹੜੀ ਫਸਲ 'ਤੇ ਕਿਹੜਾ ਕੀੜਾ ਆਇਆ ਤਾਂ ਉਸ ਹਿਸਾਬ ਨਾਲ ਉਹਦੀ ਰੋਕਥਾਮ ਕੀਤੀ ਜਾ ਸਕਦੀ। ਬਹੁਤ ਹੀ ਵਿਸਤਾਰਪੂਰਵਕ ਡਾਕਟਰ ਸਾਹਿਬ ਤੁਸੀਂ ਇਸ ਬਾਰੇ ਜਾਣਕਾਰੀ ਦਿੱਤੀ। ਇੱਕ ਹੋਰ ਕਾਲਰ ਨੇ, ਉਹ ਵੀ ਆਪਣੇ ਸਵਾਲ ਦੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਵੀ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ ਤੁਸੀਂ? ਅਸੀਂ ਜ਼ਿਲ੍ਹਾ ਮੁਕਤਸਰ, ਪਿੰਡ ਭਲੇਰੀਆਂ ਜੀ। ਹਾਂਜੀ, ਆਪਣਾ ਸਵਾਲ ਪੁੱਛੋ ਜੀ। ਹਾਂਜੀ, ਆਪਣਾ ਸਵਾਲ ਪੁੱਛੋ, ਸਾਡੇ ਨਾਲ ਮਾਹਿਰ ਨੇ,
ਆਪਣਾ ਸਵਾਲ ਹਾਂਜੀ, ਪੁੱਛੋ। ਸਾਡਾ ਸਵਾਲ ਇਹ ਵੀ ਅਸੀਂ ਭਿੰਡੀ ਲਾਈ ਸੀ ਪਹਿਲਾਂ ਤੇ ਉਹ ਜ਼ਿਆਦਾ ਟੈਂਪਰੇਚਰ ਸੀ, ਉਹਦੇ ਨਾਲ ਸੜ ਗਈ ਜੀ। ਅਸੀਂ ਦੁਬਾਰੇ ਜਿਹੜੀ ਆ ਭਿੰਡੀ ਜਿਹੜੀ ਖਾਣ ਵਾਲੀ ਭਿੰਡੀ ਦੁਬਾਰੇ ਲਾ ਸਕਦੇ ਹਾਂ ਜੀ, ਮੌਕਾ ਜੀ? ਬਿਲਕੁਲ ਜੀ ਜੀ। ਡਾਕਟਰ ਸਾਹਿਬ। ਹਾਂਜੀ ਹਾਂ ਬਿਲਕੁਲ ਜੀ, ਭਿੰਡੀ ਵਾਸਤੇ ਹੁਣ ਬਿਲਕੁਲ ਢੁਕਵਾਂ ਸਮਾਂ ਹੈ। ਪਿੱਛੇ ਤੁਸੀਂ ਜ਼ਿਆਦਾ ਗਰਮੀ ਵਿੱਚ ਭਿੰਡੀ ਲਾ ਲਈ ਹੋਣੀ ਜੀ, ਉਹਦੇ ਨਾਲ ਕਰਕੇ ਜਿਹੜਾ ਫਸਲ ਸੜ ਗਈ। ਹਾਂਜੀ ਤੇ ਹੁਣ ਤੁਹਾਡਾ ਟਾਈਮ ਜਿਹੜਾ ਹੈ ਹੋਰ 2-4 ਦਿਨਾਂ ਨੂੰ ਜਦੋਂ ਹੋ ਜਾਏ ਥੋੜਾ ਜਿਹਾ ਤਾਪਮਾਨ ਸਾਡਾ ਘਟ ਜਾਏਗਾ, ਜਿਵੇਂ ਬਰਸਾਤਾਂ ਸ਼ੁਰੂ ਹੋਣਗੀਆਂ, ਤੇ ਉਸ ਦੌਰਾਨ ਅਸੀਂ ਭਿੰਡੀ ਦੀ ਕਾਸ਼ਤ ਜਿਹੜੀ ਕਰ ਸਕਦੇ ਹਾਂ। ਬਿਲਕੁਲ ਠੀਕ ਸਮਾਂ ਹੈ, ਤੁਸੀਂ ਹੁਣ ਤੋਂ ਤਿਆਰੀ ਕਰਨੀ ਸ਼ੁਰੂ ਕਰ ਦਿਓ ਭਿੰਡੀ ਦੀ ਕਾਸ਼ਤ ਕਰਨ ਵਾਸਤੇ। ਡਾਕਟਰ ਸਾਹਿਬ ਤੁਸੀਂ ਜਿਵੇਂ ਟਮਾਟਰ ਦਾ ਜ਼ਿਕਰ ਕਰ ਰਹੇ ਸੀ ਕਿ ਟਮਾਟਰ ਦੀ ਸਬਜ਼ੀ ਦੀ ਕਾਸ਼ਤ ਕਰਨਾ ਕਾਫੀ ਲਾਹੇਵੰਦ ਹੋ ਸਕਦਾ ਹੈ, ਉਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਬਿਲਕੁਲ ਜੀ, ਟਮਾਟਰਾਂ 'ਚ ਨਾ ਮੈਂ ਇੱਕ ਗੱਲ ਕਰ ਰਿਹਾ ਸੀ, ਇੱਕ ਵਿਸ਼ਾਣੂ ਰੋਗ ਹੁੰਦਾ ਹੈ ਜਿਹਨੂੰ ਠੂਠੀ ਰੋਗ ਵੀ ਕਹਿ ਦਿੰਦੇ ਆ, ਜਾਂ ਅਸੀਂ ਇਹ ਲੀਫ ਕਰਲ ਵਾਇਰਸ ਕਹਿ ਦਿੰਦੇ। ਉਹਦੇ 'ਚ ਕੀ ਹੁੰਦਾ ਵੀ ਪੱਤਾ ਇਕੱਠਾ ਜਿਹਾ ਹੋ ਜਾਂਦਾ, ਮਧਰਾ ਜਿਹਾ ਰਹਿ ਜਾਂਦਾ, ਉਹਨੂੰ ਫਲ ਵੀ ਨਹੀਂ ਲੱਗਦੇ। ਅਤੇ ਔਰ ਵਿਸ਼ਾਣੂ ਰੋਗ ਦਾ ਸਭ ਤੋਂ ਵਧੀਆ ਇਲਾਜ ਹੈ ਕਿ ਸਾਡੇ ਕੋਲ ਆਪਾਂ ਉਹੋ ਜਿਹੀ ਕਿਸਮ ਲਾਈਏ ਜਿਹੜੇ ਵਿਸ਼ਾਣੂ ਰੋਗ ਨੂੰ ਟਾਕਰਾ ਕਰ ਸਕਦੀ ਹੋਵੇ। ਅਤੇ ਇਸ ਕਰਕੇ ਇੱਥੇ ਇਹਦੇ 'ਚ ਕਿਸਮ ਦਾ ਜਿਹੜਾ ਸਿਲੈਕਸ਼ਨ ਆ ਉਹ ਬੜਾ ਵੱਡਾ ਯੋਗਦਾਨ ਦਿੰਦੀ ਹੈ। ਟਮਾਟਰਾਂ ਦੀ ਗੱਲ ਕਰ ਰਹੇ ਸੀਗੇ ਵੀ ਪੰਜਾਬ ਵਰਖਾ ਬਹਾਰ ਇੱਕ ਕਿਸਮ ਆ ਸਾਡੀ, ਅਤੇ ਇੱਕ ਪੰਜਾਬ ਵਰਖਾ ਬਹਾਰ 4 ਕਿਸਮ ਆ। ਇਹੋ ਜਿਹੀਆਂ ਕਿਸਮਾਂ ਲਾਉਣ, ਇਹਨਾਂ ਨੂੰ ਇਹ ਠੂਠੀ ਰੋਗ ਬਿਲਕੁਲ ਵੀ ਨਹੀਂ ਲੱਗਦਾ, ਲੀਫ ਕਰਲ ਵਾਇਰਸ ਬਿਲਕੁਲ ਵੀ ਨਹੀਂ ਲੱਗਦਾ, ਅਤੇ ਸਾਡੀ ਜਿਹੜੀ ਕਾਸ਼ਤ ਆ ਉਹ ਬੜੀ ਵਧੀਆ ਹੋ ਜਾਂਦੀ ਹੈ। ਅਤੇ ਜੇ ਕੋਈ ਇਹੋ ਜਿਹੀ ਕਿਸਮ ਲਾ ਲਈਏ ਵੀ ਜਿਹਨੂੰ ਇਹ ਰੋਗ ਲੱਗ ਜਾਂਦਾ, ਅਤੇ ਇਸ ਕਰਕੇ ਕਿਉਂਕਿ ਇਹਨਾਂ ਦਿਨਾਂ 'ਚ ਸਾਡੇ ਕੋਲ ਚਿੱਟੀ ਮੱਖੀ ਦਾ ਬੜਾ ਹੁੰਦਾ ਬਰਸਾਤ ਕਰਕੇ ਹਮਲਾ, ਅਤੇ ਉਹ ਚਿੱਟੀ ਮੱਖੀ ਹੀ ਜਿਹੜਾ ਵਾਇਰਸ ਫੈਲਾਉਂਦੀ ਆ, ਅਤੇ ਇਸ ਕਰਕੇ ਉਹਦੀ ਰੋਕਥਾਮ ਕਰਨੀ ਕਈ ਵਾਰੀ ਸਾਡੇ ਵਾਸਤੇ ਜਾਂ ਕਿਸਾਨ ਵੀਰਾਂ ਵਾਸਤੇ ਔਖੀ ਹੋ ਜਾਂਦੀ ਹੈ। ਅਤੇ ਸਭ ਇਸ ਲਈ ਇਹ ਜ਼ਰੂਰੀ ਹੈ ਵੀ ਉਹ ਕਿਸਮ ਲਾਈਏ ਜਿੰਨਾ ਚਾਹੇ ਰੋਗ ਜਿਹੜਾ ਲੱਗਦਾ ਹੀ ਨਾ ਹੋਵੇ। ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਦੇ ਡਾਇਰੈਕਟਰ CSR ਸੋਨਾਲੀਕਾ ਗਰੁੱਪ ਯਾਨੀ ਸੁਰਭੀ ਮਿੱਤਲ ਜੀ ਹੋਣਗੇ ਸਾਡੇ ਨਾਲ। ਤੁਸੀਂ ਵੇਖਦੇ ਰਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 4। ਵੈਲਕਮ ਬੈਕ। ਤੁਸੀਂ ਵੇਖ ਰਹੇ ਹੋ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 4 ਤੇ ਹੁਣ ਸਾਡੇ ਨਾਲ ਡਾਇਰੈਕਟਰ CSR ਐਕਟੀਵਿਟੀ ਸੋਨਾਲੀਕਾ ਯਾਨੀ ਕਿ ਸੁਰਭੀ ਮਿੱਤਲ ਜੀ ਜੁੜ ਚੁੱਕੇ ਨੇ। ਸੁਰਭੀ ਜੀ, ਵੈਲਕਮ ਟੂ ਸੋਨਾਲੀਕਾ ਕਿਸਾਨ ਹੈਲਪਲਾਈਨ। ਮੈਮ, ਪਹਿਲੇ ਤੇ ਇਸ COVID-19 ਪੈਂਡੈਮਿਕ ਦੌਰਾਨ ਸੋਨਾਲੀਕਾ ਵੱਲੋਂ ਕਿਹੜੇ-ਕਿਹੜੇ ਕਦਮ ਚੁੱਕੇ ਗਏ ਨੇ ਐਜ਼ CSR इनिशिएटिव टू हेल्प पीपल? कोविड-19 महामारी ने हम सब की जीवन की लय को बदल दिया है, जिसका आज हम सब मिलकर सामना कर रहे हैं। ऐसे अवसर पर जब राष्ट्र को सबसे ज़्यादा हम सब की ज़रूरत है, सोनालिका ट्रैक्टर CSR अपनी तरफ से अलग अलग तरीक़ों से मदद करने की पूरी कोशिश कर रहा है। हमने दिल्ली और होशियारपुर में आइसोलेशन सेंटर्स पूरी मेडिकल फैसिलिटीज़ को ध्यान रखते हुए स्थापित किए, ताकि कोविड-19 से लड़ते हुए मरीज़ों का अच्छी तरह से इलाज हो सके। लॉकडाउन के समय बहुत से दिहाड़ी मज़दूर और दूसरे शहरों से आए हुए वर्कर्स को बहुत सी कठिनाइयाँ उठानी पड़ी। उस दौरान हमने 1,80,000 से भी अधिक लोगों को दिल्ली और पंजाब के साथ साथ हिमाचल, मध्य प्रदेश और राजस्थान के ग्रामीण क्षेत्रों में रहने वाले लोगों को खाना, राशन, हाइजीन और सेफ्टी किट्स देने में हम सक्षम रहे। हमने दिल्ली, पंजाब, तमिलनाडु, गुजरात, महाराष्ट्र जैसे शहरों में सरकार के साथ मिलकर अपने सोनालिका ट्रैक्टर्स के ज़रिए जगह जगह इन शहरों में सैनिटाइजेशन करवाई। इस दौरान अस्पतालों में वेंटिलेटर्स की भी बहुत कमी महसूस होने लगी। तब हमारी टीम ने एक इंटेलिजेंट वेंटिलेटर सिस्टम बनाया और इस समस्या को हल करने की एक पहल की। हमने हाल ही में दिल्ली सरकार के साथ मिलकर CRPF बस को कोरोना टेस्टिंग मोबाइल क्लिनिक बनाया, ताकि टेस्टिंग एक साफ, सुरक्षित और आसान तरीके से की जा सके। इसी के कारण दिल्ली में अब टेस्टिंग दुगने तरह से अब की जा पा रही है। हमारे किसान भाई जो सोनालिका ट्रैक्टर्स इस्तेमाल करते हैं,
उनके लिए वारंटी और सर्विस 3 महीने से एक्सटेंड कर दी गई है। हमने एक स्टैंड बाय ट्रैक्टर भी उपलब्ध कराया ताकि अधिक कठिनाइयाँ आने के बावजूद हम अपने किसान भाइयों की मदद कर पाएँ। साथ ही हमने टेली कॉलिंग के ज़रिए 1.25 लाख किसान भाइयों से बातचीत के ज़रिए कोरोना वायरस के बचाव के बारे में एवं जागरूकता बढ़ाई। सुरभि जी, जे खास तौर पर गल की जाए मैडिकल इंफ्रास्ट्रक्चर की या डॉक्टर्स की मैडिकल स्टाफ की हेल्प की गल की जाए तो CSR इनिशिएटिव के तहत सोनालिका वालों की इनिशिएटिव उस मुतलक लेते गए हैं? इस कठिन समय में हम राष्ट्र के साथ खड़े हुए हैं। हमारी यही कोशिश है कि हम जिस क्षेत्र में भी योगदान दे सके हम ज़रूर करें। दिल्ली और होशियारपुर में आइसोलेशन सेंटर्स स्थापित करते हुए हमने इन सेंटर्स में पूरी मेडिकल फैसिलिटीज़ जैसे वेंटिलेटर्स और मेडिकल गैस लगवाई। कोरोना वायरस और ना फैले इसलिए वहाँ हर रोज़ सैनिटाइजेशन करवाई जाती है। डॉक्टर्स और पैरामेडिकल स्टाफ को PPE के किट्स और ग्लव्स दिए गए हैं। हम अपनी तरफ से हर वो प्रयास कर रहे हैं ताकि हम सही रूप से इस वायरस को बढ़ने से रोकें। दैट्स ग्रेट मैम। वैसे पता लगा कि CRPF की जी बस सी उसनों भी तुहाडी टीम वालों जड़ा कोरोना टेस्टिंग मोबाइल क्लीनिक दे विच तब्दील किया गया, कुछ उस बारे भी विस्तारपूर्वक जानकारी दो। दिल्ली में कोरोना पॉजिटिव केसेस बहुत तेज़ी से बढ़ रहे हैं और हमें इस महामारी में बेहतर से बेहतर मेडिकल सुविधाएं चाहिए ताकि हम इन्हें समय रहते टेस्ट उनका करवाकर उनका इलाज कर सकें। सोनालिका CSR इस दौर में कोरोना से लड़ते हुए लोगों को राहत पहुंचाने की हर मुमकिन कोशिश कर रहा है। हमने दिल्ली सरकार के साथ मिलकर CRPF बस को कोरोना टेस्टिंग मोबाइल क्लिनिक में परिवर्तित किया है ताकि हम लोगों को उनके घर के पास ही कोरोना टेस्टिंग की सुविधा उपलब्ध करवा सकें और अधिक से अधिक लोगों की टेस्टिंग हो सके। यह मोबाइल क्लिनिक 1 महीने में 6,000 लोगों की टेस्टिंग करने में और 15,000 सैंपल्स इकट्ठा करने में सक्षम है। यह मोबाइल क्लिनिक 1 जून से अपनी पूरी क्षमता से कार्य कर रहा है। अगर मैं इसके इस्तेमाल होने वाली तकनीकों और सुविधाओं की बात करूं तो इसमें आर्टिफिशियल इंटेलिजेंस इनेबल्ड थर्मल इमेजिंग, UV लाइट स्टेरिलाइजेशन, बिना संपर्क के सैंपल लेना, स्वचालित सैनिटाइजिंग स्प्रे के साथ वातावरण के अनुरूप तापमान और सैंपल्स को सुरक्षित रखने के लिए रेफ्रिजरेटर जैसी सुविधाएं भी उपलब्ध हैं और साथ ही साथ यह एक एम्बुलेंस भी है जो कि गंभीर मामलों में हॉस्पिटल पहुंचाने के लिए उपयोग में भी लाई जा सकती है। हम उम्मीद करते हैं कि हमारी यह कोशिश दिल्ली के लोगों को कोरोना से कुछ हद तक राहत देने में सक्षम रहेगी। वाह सुरभि जी, बहुत ही ज़बरदस्त इनिशिएटिव ये भी ले गया। तो कोई खास मैसेज साडे व्यूअर्स लई ते खास तौर पर किसान वीरां नूं जो तुसीं देना चाहुंदे हो? सोनालिका हमेशा ही देश की मिट्टी से जुड़ी रही है और अपने देश के किसानों की सेवा में रही है। आज जब देश को ज़रूरत है तो ये कंपनी हर तरह से तैयार है देश की सेवा के लिए। मैं आज आप सबसे यही दरखास्त करना चाहूँगी कि कोरोना वायरस अब हमारी ज़िंदगी का एक हिस्सा बन गया है और हमें पूरी सावधानी रखनी चाहिए, मास्क पहनना चाहिए और अपने हाथ साफ करते रहना चाहिए। मिलकर एकजुट होकर एक साथ इस समस्या को भी हम सब मिलकर जीत लेंगे। थैंक यू वेरी मच सुरभि जी इस इनिशिएटिव लई एंड सच अ ग्रेट इनिशिएटिव। थैंक यू वेरी मच। वैसे तुसी अपने सोनालिका ट्रैक्टर की साਂਭ संभाल किवें कर सकते हो, इस लई पेश ने टिप्स फॉर ट्रैक्टर।
ਤੇ ਹੁਣ ਵਾਰੀ ਹੈ ਉਸ ਸੈਗਮੈਂਟ ਦੀ ਜਿਸ ਵਿੱਚ ਅਸੀਂ ਗੱਲ ਕਰਦੇ ਹਾਂ ਤੁਹਾਡੇ ਫਾਇਦੇ ਦੀ। ਤੁਹਾਨੂੰ ਅੱਜ ਅਸੀਂ ਦੱਸਾਂਗੇ ਕਿ ਕਿਵੇਂ ਤੁਸੀਂ ਆਪਣੇ ਸੋਨਾਲੀਕਾ ਟਰੈਕਟਰ ਦੇ ਟਾਇਰਾਂ ਵਿੱਚ ਹਵਾ ਦਾ ਠੀਕ ਦਬਾਅ ਅਤੇ ਕੁਝ ਆਸਾਨ ਜਿਹੇ ਉਪਾਅ ਕਰਕੇ ਨਾ ਸਿਰਫ ਤੁਸੀਂ ਡੀਜ਼ਲ ਬਚਾ ਸਕਦੇ ਹੋ ਬਲਕਿ ਖੇਤਾਂ ਵਿੱਚ ਵੀ ਆਪਣੇ ਸੋਨਾਲੀਕਾ ਟਰੈਕਟਰ ਦੀ ਪਰਫਾਰਮੈਂਸ ਵਿੱਚ ਇਜ਼ਾਫਾ ਕਰ ਸਕਦੇ ਹੋ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਸੋਨਾਲੀਕਾ ਟਰੈਕਟਰ ਦੇ ਅੱਡ-ਅੱਡ ਮਾਡਲਸ ਵਿੱਚ ਹਵਾ ਦੇ ਦਬਾਅ ਦੀ। ਹਮੇਸ਼ਾ ਸਹੀ ਟਾਇਰ ਦਬਾਅ ਬਣਾ ਕੇ ਰੱਖੋ। ਟਾਇਰ ਪ੍ਰੈਸ਼ਰ ਰੈਗੂਲਰ ਫੀਲਡ ਵਿੱਚ 24 ਤੋਂ 26 PSI ਹੋਣਾ ਚਾਹੀਦਾ ਹੈ, ਜਦੋਂ ਕਿ ਸੜਕ ਤੇ 26 ਤੋਂ 28 PSI, GT ਵਿੱਚ ਫੀਲਡ ਤੇ 20 ਤੋਂ 22 PSI ਅਤੇ ਸੜਕ ਤੇ 22 ਤੋਂ 24 PSI। ਰੀਅਰ ਟਾਇਰ ਰੈਗੂਲਰ ਵਿੱਚ ਫੀਲਡ ਵਿੱਚ 14 ਤੋਂ 16 PSI ਅਤੇ ਸੜਕ ਤੇ 16 ਤੋਂ 18 PSI। GT ਵਿੱਚ ਫੀਲਡ ਵਿੱਚ 14 ਤੋਂ 16 PSI ਅਤੇ ਸੜਕ ਤੇ 16 ਤੋਂ 18 PSI। ਤੇ ਹੁਣ ਕੁਝ ਹੋਰ ਆਸਾਨ ਜਿਹੇ ਉਪਾਅ ਜਿਹੜੇ ਤੁਹਾਡੇ ਸੋਨਾਲੀਕਾ ਟਰੈਕਟਰ ਦੀ ਪਰਫਾਰਮੈਂਸ ਵਿੱਚ ਹੋਰ ਜ਼ਿਆਦਾ ਇਜ਼ਾਫਾ ਕਰਨ ਵਿੱਚ ਸਹਾਈ ਹੋਣਗੇ। ਸੜਕ ਤੇ ਉਪਕਰਨ ਅਤੇ ਟ੍ਰੇਲਰ ਦੇ ਨਾਲ ਦੋਹਾਂ ਬ੍ਰੇਕ ਪੈਡਲਾਂ ਨੂੰ ਲੌਕ ਕਰੋ ਅਤੇ ਜਾਂ ਲੋ ਪੈਡਲ ਫ੍ਰੀ ਪਲੇ ਸਹੀ ਹੋਵੇ। ਪੈਰਾਂ ਨਾਲ ਸਪੀਡ ਵਧਾਉਣ ਵਾਲੇ ਐਕਸੀਲੇਟਰ ਦਾ ਪ੍ਰਯੋਗ ਕਰੋ। ਉਪਕਰਨ ਨੂੰ ਲਿਜਾਂਦੇ ਵੇਲੇ ਹਮੇਸ਼ਾ ਟਰਾਂਸਪੋਰਟ ਲੌਕ ਦਾ ਪ੍ਰਯੋਗ ਕਰੋ। ਢਲਾਨ ਤੇ ਇੰਜਨ ਨੂੰ ਬੰਦ ਨਾ ਕਰੋ ਅਤੇ ਗੇਅਰ ਨੂੰ ਨਿਊਟਰਲ ਨਾ ਕਰੋ। ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। ਅੱਜ ਦੇ ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 4 ਵਿੱਚ ਇੰਨਾ ਹੀ। ਤੁਸੀਂ ਆਪਣਾ ਤੇ ਆਪਣਿਆਂ ਦਾ ਧਿਆਨ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਦੇ ਹੋਏ ਚੰਗੀ ਤਰ੍ਹਾਂ ਰੱਖਣਾ ਹੈ। ਜੇ ਬਾਹਰ ਜਾਂਦੇ ਹੋ ਤਾਂ ਹੱਥ ਬਾਰ-ਬਾਰ ਸੈਨੀਟਾਈਜ਼ ਕਰਨੇ ਤੇ ਮਾਸਕ ਜ਼ਰੂਰ ਪਾ ਕੇ ਰੱਖਣਾ ਹੈ। ਸੋਨਾਲੀਕਾ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 4 ਜਿਸ ਦੇ ਪੇਸ਼ਕਰਤਾ ਨੇ ਸੋਨਾਲੀਕਾ ਸਿਕੰਦਰ, ਪਾਵਰਡ ਬਾय ਧਾਨੂਕਾ ਦਾ ਸੈਂਪਰਾ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਫਿਰ ਹੋਵੇਗੀ ਮੁਲਾਕਾਤ। ਰੱਬ ਰੱਖਾ।